ओम शांति। ਅੱਜ ਪਿਆਰੇ ਬਾਪ ਦਾਦਾ ਦੇ 1/6/2021 ਦੇ ਮਹਾਵਚਨ। ਪਿਆਰੇ ਬਾਪ ਦਾਦਾ ਨੇ ਆਪਣੇ ਪਿਆਰੇ ਪਿਆਰੇ ਬੱਚਿਆਂ ਨੂੰ ਅੱਜ ਦੀ ਮੁਰਲੀ ਵਿੱਚ ਕਿਹਾ, ਮਿੱਠੇ ਬੱਚੇ, ਇਹ ਸਾਰੀ ਵਿਸ਼ਵ ਈਸ਼ਵਰੀय ਪਰਿਵਾਰ ਹੈ। ਇਸ ਲਈ ਗਾਉਂਦੇ ਹਨ, ਤੁਮ ਮਾਤ ਪਿਤਾ ਹਮ ਬਾਲਕ ਤੇਰੇ। ਹੁਣ ਤੁਸੀਂ ਪ੍ਰੈਕਟੀਕਲ ਵਿੱਚ ਈਸ਼ਵਰੀय ਪਰਿਵਾਰ ਦੇ ਬਣੇ ਹੋ। ਪ੍ਰਸ਼ਨ ਹੈ, ਬਾਪ ਤੋਂ 21 ਜਨਮਾਂ ਦਾ ਵਰਸਾ ਲੈਣ ਦੀ ਸਹਿਜ ਵਿਧੀ ਕਿਹੜੀ ਹੈ? ਉੱਤਰ ਹੈ, ਸੰਗਮ ਯੁਕਤੇ ਸ਼ਿਵ ਬਾਬਾ ਨੂੰ ਆਪਣਾ ਵਾਰਿਸ ਬਣਾਓ। ਤਨ ਮਨ ਧਨ ਨਾਲ ਬਲਿਹਾਰ ਜਾਓ ਤਾਂ 21 ਜਨਮਾਂ ਦੇ ਲਈ ਪੂਰਾ ਵਰਸਾ ਪ੍ਰਾਪਤ ਹੋਵੇਗਾ। ਬਾਬਾ ਕਹੇ, ਜੋ ਬੱਚੇ ਸੰਗਮ ਯੁਗ 'ਤੇ ਆਪਣਾ ਪੁਰਾਣਾ ਸਭ ਕੁਝ ਇੰਸ਼ੋਰ ਕਰਦੇ ਹਨ, ਉਹਨਾਂ ਨੂੰ ਮੈਂ ਰਿਟਰਨ ਵਿੱਚ 21 ਜਨਮਾਂ ਤੱਕ ਦਿੰਦਾ ਹਾਂ। गीत है, नायनहीन को राह दिखाओ प्रभु, पग पग ठोकर खाऊं मैं। ओम शांति। ਬੱਚਿਆਂ ਨੇ ਗੀਤ ਸੁਣਿਆ। ਇਹ ਭਗਤ ਭਗਵਾਨ ਨੂੰ ਪੁਕਾਰਦੇ ਹਨ। ਭਗਵਾਨ ਨੂੰ ਪੂਰਾ ਨਾ ਜਾਣਨ ਦੇ ਕਾਰਨ ਮਨੁੱਖ ਕਿੰਨੇ ਦੁਖੀ ਹਨ। ਭਗਤੀ ਮਾਰਗ ਵਿੱਚ ਕਿੰਨਾ ਮੱਥਾ ਮਾਰਦੇ ਰਹਿੰਦੇ। ਸਿਰਫ ਇਸ ਜੀਵਨ ਦੀ ਤਾਂ ਗੱਲ ਨਹੀਂ ਹੈ ਨਾ। ਜਦੋਂ ਤੋਂ ਭਗਤੀ ਸ਼ੁਰੂ ਹੋਈ ਹੈ, ਉਦੋਂ ਤੋਂ ਧੱਕੇ ਖਾਂਦੇ ਰਹਿੰਦੇ ਹਨ। ਭਾਰਤ ਵਿੱਚ ਹੀ ਦੇਵੀ ਦੇਵਤਿਆਂ ਦਾ ਰਾਜ ਸੀ, ਜਿਸ ਨੂੰ ਸਵਰਗ ਸੱਚਖੰਡ ਕਿਹਾ ਜਾਂਦਾ ਸੀ। ਭਾਰਤ ਸੱਚਖੰਡ ਹੈ। ਭਾਰਤ ਦੀ ਮਹਿਮਾ ਬੜੀ ਜ਼ਬਰਦਸਤ ਹੈ, ਕਿਉਂਕਿ ਭਾਰਤ ਪਰਮ ਪਿਤਾ ਪਰਮਾਤਮਾ ਦਾ ਜਨਮ ਸਥਾਨ ਹੈ। ਉਸ ਦਾ ਅਸਲ ਨਾਮ, ਪਰਮਾਤਮਾ ਦਾ ਅਸਲ ਨਾਮ ਸ਼ਿਵ ਹੈ। ਸ਼ਿਵ ਜਯੰਤੀ ਮਨਾਉਂਦੇ ਹਨ ਨਾ। ਰੁਦਰ ਵਾ ਸੋਮਨਾਥ ਜਯੰਤੀ ਤਾਂ ਨਹੀਂ ਕਹਾਂਗੇ। ਸ਼ਿਵ ਜਯੰਤੀ ਜਾਂ ਸ਼ਿਵਰਾਤਰੀ ਕਿਹਾ ਜਾਂਦਾ ਹੈ। ਸਵਰਗ ਦੀ ਸਥਾਪਨਾ ਕਰਨ ਵਾਲਾ ਇੱਕ ਹੀ ਹੈਵਨਲੀ ਗॉड ਫਾਦਰ ਹੈ। ਹੁਣ ਸਾਰੇ ਭਗਤਾਂ ਦਾ ਭਗਵਾਨ ਤਾਂ ਜ਼ਰੂਰ ਇੱਕ ਹੋਣਾ ਚਾਹੀਦਾ ਹੈ। ਸਾਰੇ ਨਾਇਨਹੀਨ ਹਨ, ਅਰਥਾਤ ਗਿਆਨ ਦੇ ਨੇਤਰ, ਗਿਆਨ ਦੇ ਚਕਸ਼ੂ ਜਾਂ ਦਿਵਯ ਦ੍ਰਿਸ਼ਟੀ ਨਹੀਂ ਹੈ। ਦਿਵਯ ਚਕਸ਼ੂ ਨਹੀਂ ਹਨ। ਭਗਵਾਨ ਵਾਚ, ਮੈਂ ਤੁਹਾਨੂੰ ਰਾਜਯੋਗ ਸਿਖਾਉਂਦਾ ਹਾਂ। ਸ਼੍ਰੀਮਦ ਭਗਵਤ ਗੀਤਾ ਹੈ ਮੁੱਖ। ਸ਼੍ਰੀ ਅਰਥਾਤ ਸ੍ਰੇਸ਼ਟ ਮਤ। ਹੁਣ ਤੁਹਾਨੂੰ ਬੁੱਧੀਵਾਨ ਬਣਾਇਆ ਜਾਂਦਾ ਹੈ। ਦਿਵਯ ਚਕਸ਼ੂ ਅਰਥਾਤ ਗਿਆਨ ਦਾ ਤੀਸਰਾ ਨੇਤਰ ਦਿਖਾਉਂਦੇ ਹਨ। ਅਸਲ ਵਿੱਚ ਗਿਆਨ ਦਾ ਤੀਸਰਾ ਨੇਤਰ ਤੁਹਾਨੂੰ ਬ੍ਰਾਹਮਣਾਂ ਨੂੰ ਮਿਲਦਾ ਹੈ, ਜਿਸ ਨਾਲ ਤੁਸੀਂ ਬਾਪ ਨੂੰ ਅਤੇ ਬਾਪ ਦੇ ਰਚਨਾ ਦੇ ਆਦਿ ਮੱਧ ਅੰਤ ਨੂੰ ਜਾਣ ਜਾਂਦੇ ਹੋ। ਇਸ ਸਮੇਂ ਸਾਰਿਆਂ ਵਿੱਚ ਦੇਹ ਅਹੰਕਾਰ ਜਾਂ 5 ਵਿਕਾਰ ਹਨ। ਇਸ ਲਈ ਘੋਰ ਹਨੇਰਾ ਹੈ। ਤੁਹਾਡੇ ਬੱਚਿਆਂ ਦੇ ਕੋਲ ਤਾਂ ਰੋਸ਼ਨੀ ਹੈ। ਤੁਹਾਡੀ ਆਤਮਾ ਸਾਰੇ ਵਰਲਡ ਦੀ ਹਿਸਟਰੀ ਜਿਓਗ੍ਰਾਫੀ ਨੂੰ ਜਾਣ ਗਈ ਹੈ। ਪਹਿਲਾਂ ਤਾਂ ਤੁਸੀਂ ਵੀ ਅਗਿਆਨ ਵਿੱਚ ਸੀ। ਬਾਬਾ ਕਹਿ ਰਹੇ ਕਿ ਹੁਣ ਗਾਉਂਦੇ ਵੀ ਹਨ, ਆਪੇ ਹੀ ਪੂਜੇ ਆਪੇ ਹੀ ਪੁਜਾਰੀ। ਸ਼ਿਵ ਬਾਬਾ ਤਾਂ ਸदैव ਪੂਜੇ ਹੈ ਨਾ। ਜੋ ਪੂਜੇ ਸੀ ਹੁਣ ਪੁਜਾਰੀ ਬਣ ਰਹੇ। ਤੁਸੀਂ ਬਾਬਾ ਕਹਿ ਰਹੇ ਪੂਜੇ ਤੋਂ ਪੁਜਾਰੀ ਬਣਦੇ, ਪੁਜਾਰੀ ਤੋਂ ਫਿਰ ਪੂਜੇ ਬਣਦੇ। ਸ਼ਿਵ ਬਾਬਾ ਸਦਾ ਹੀ ਪੂਜੇ ਹੈ। ਪੂਜੇ ਸੀ ਤਾਂ ਰੋਸ਼ਨੀ ਵਿੱਚ ਸੀ। ਪੁਜਾਰੀ ਹਨ ਹਨੇਰੇ ਵਿੱਚ। ਪਰਮਾਤਮਾ ਨੂੰ ਆਪੇ ਹੀ ਪੂਜੇ ਆਪੇ ਹੀ ਪੁਜਾਰੀ ਨਹੀਂ ਕਹਿ ਸਕਦੀ। ਉਹ ਤਾਂ ਪਰਮ ਪੂਜੇ ਹੈ। ਸਭ ਨੂੰ ਪੂਜਨੀਏ ਬਣਾਉਣ ਵਾਲਾ ਹੈ।
ਉਸ ਨੂੰ ਕਿਹਾ ਜਾਂਦਾ ਹੈ ਪਰਮ ਪੂਜੇ। ਫਿਰ ਬਾਬਾ ਨੇ ਅਗਲੀ ਪੁਆਇੰਟ ਵਿੱਚ ਕਿਹਾ ਕਿ ਇਹ ਵੀ ਪਹਿਲੇ ਨੰਬਰ ਦਾ ਅਗਿਆਨ ਹੈ, ਆਤਮਾ ਸੋ ਪਰਮਾਤਮਾ, ਪਰਮਾਤਮਾ ਸੋ ਆਤਮਾ ਕਹਿਣਾ। ਆਤਮਾ ਤਾਂ ਜਨਮ ਮਰਨ ਵਿੱਚ ਆਉਂਦੀ ਹੈ, ਪਰਮਾਤਮਾ ਥੋੜ੍ਹੀ ਪੁਨਰ ਜਨਮ ਵਿੱਚ ਆਉਂਦੇ। ਬਾਪ ਬੈਠ ਸਮਝਾਉਂਦੇ ਹਨ, ਤੁਸੀਂ ਭਾਰਤ ਵਾਸੀ, ਸਵਰਗ ਵਾਸੀ, ਪੂਜਨੀय ਸੀ। ਇਹ ਹੁਣ ਈਸ਼ਵਰੀय ਫੈਮਿਲੀ ਹੈ ਨਾ, ईश्वर है रचयिता। गाया भी ਜਾਂਦਾ तो मात पिता हम बालक तेरे, ਤਾਂ ਪਰਿਵਾਰ ਹੋ ਗਿਆ ਨਾ। ਅੱਛਾ ਭਲਾ ਦੱਸੋ ਕਿ ਤੁਸੀਂ ਮਾਤ ਪਿਤਾ ਕਿਸ ਨੂੰ ਕਹਿੰਦੇ ਹੋ? ਇਹ ਕੌਣ ਕਹਿੰਦੇ ਹਨ? ਆਤਮਾ ਕਹਿੰਦੀ ਹੈ ਤੋ ਮਾਤ ਪਿਤਾ ਹਮ ਬਾਲਕ ਤੇਰੇ, ਤਾਂ ਮਾਤ ਪਿਤਾ ਕੌਣ ਹੋ ਗਿਆ? ਤੁਹਾਡੀ ਕਿਰਪਾ ਸੇ ਸਵਰਗ ਦੇ ਸੁੱਖ ਕਨੇਰੇ ਸਾਨੂੰ ਸਵਰਗ ਵਿੱਚ ਮਿਲੇ ਸੀ। ਤੁਸੀਂ ਮਾਤ ਪਿਤਾ ਆ ਕੇ ਸਵਰਗ ਦੀ ਸਥਾਪਨਾ ਕਰਦੇ ਹੋ, ਤਾਂ ਹੁਣ ਤੁਹਾਡੇ ਬੱਚੇ ਬਣਦੇ ਹਾਂ। ਬਾਬਾ ਕਹਿੰਦੇ ਹਨ, ਮੈਂ ਸੰਗਮ ਯੁੱਗ 'ਤੇ ਆ ਕੇ ਰਾਜ ਯੋਗ ਸਿਖਾਉਂਦਾ ਹਾਂ ਨਵੀਂ ਦੁਨੀਆ ਦੇ ਲਈ। ਮਨੁੱਖਾਂ ਦੀ ਬੁੱਧੀ ਬਿਲਕੁਲ ਭ੍ਰਸ਼ਟ ਹੋ ਗਈ, ਸਵਰਗ ਨੂੰ ਨਰਕ ਸਮਝ ਲੈਂਦੇ। ਬਾਬਾ ਕਹਿ ਰਹੇ ਸਵਰਗ ਨੂੰ ਵੀ ਨਰਕ ਸਮਝ ਲੈਂਦੇ। ਕਿਉਂ? ਕਿਉਂਕਿ ਉੱਥੇ ਵੀ ਕੀ ਕਹਿੰਦੇ ਕਿ ਕੰਸ, ਜਰਾਸੰਧੀ, ਹਿਰਣਿਆਕਸ਼ਪ ਮਨਾ ਅਸੁਰਾਂ ਨੂੰ ਦਿਖਾ ਦਿੱਤਾ ਆਦਿ ਸੀ। ਬਾਬਾ ਆ ਕੇ ਸਮਝਦੇ ਹਨ ਕਿ ਕੀ ਤੁਸੀਂ ਭੁੱਲ ਗਏ ਹੋ? ਮੇਰੀ ਸ਼ਿਵ ਜਯੰਤੀ ਵੀ ਤੁਸੀਂ ਭਾਰਤ ਵਿੱਚ ਮਨਾਉਂਦੇ ਹੋ ਨਾ। ਗਾਇਆ ਵੀ ਜਾਂਦਾ ਸ਼ਿਵਰਾਤਰੀ, ਤਾਂ ਕਿਹੜੀ ਰਾਤਰੀ? ਇਹ ਬ੍ਰਹਮਾ ਦੀ ਬੇਹੱਦ ਦੀ ਰਾਤ ਹੈ। ਬਾਬਾ ਸੰਗਮ ਯੁੱਗ 'ਤੇ ਆ ਕੇ ਰਾਤ ਤੋਂ ਦਿਨ ਅਰਥਾਤ ਨਰਕ ਤੋਂ ਸਵਰਗ ਬਣਾਉਂਦੇ ਹਨ। ਸ਼ਿਵਰਾਤਰੀ ਦਾ ਅਰਥ ਕਿਸੇ ਨੂੰ ਵੀ ਪਤਾ ਨਹੀਂ। ਭਗਵਾਨ ਨਿਰਾਕਾਰ ਸ਼ਿਵ ਬਾਬਾ ਉੱਚੇ ਤੇ ਉੱਚਾ ਹੈ। ਬ੍ਰਹਮਾ, ਵਿਸ਼ਨੂੰ, ਸ਼ੰਕਰ ਦਾ ਆਪਣਾ ਆਪਣਾ ਪਾਰਟ ਹੈ। ਹਰ ਇੱਕ ਆਤਮਾ ਵਿੱਚ ਆਪਣਾ ਸੁੱਖ ਦੁੱਖ ਦਾ ਪਾਰਟ ਨੁੰਦਿਆ ਹੋਇਆ ਹੈ। ਤੁਸੀਂ ਜਾਣਦੇ ਹੋ ਅਸੀਂ ਸ਼ਿਵ ਬਾਬਾ ਦੇ ਵਾਰਿਸ ਬਣੇ ਹਾਂ। ਸ਼ਿਵ ਬਾਬਾ ਨੇ ਨਰਕ ਵਾਸੀ ਤੋਂ ਸਵਰਗ ਵਾਸੀ ਬਣਾਇਆ ਸੀ, ਤਾਂ ਉਹਨਾਂ ਨੂੰ ਸਭ ਯਾਦ ਕਰਦੇ ਹਨ, ਓ ਗॉड ਫਾਦਰ ਰਹਿਮ ਕਰੋ। ਸਾਧੂ ਵੀ ਸਾਧਨਾ ਕਰਦੇ ਕਿਉਂਕਿ ਇੱਥੇ ਦੁੱਖ ਹੈ ਤਾਂ ਨਿਰਵਾਣ ਧਾਮ ਜਾਣਾ ਚਾਹੁੰਦੇ ਹਨ। ਆਤਮਾ ਪਰਮਾਤਮਾ 'ਚ ਕਹਿੰਦੇ ਲੀਨ ਹੋ ਜਾਂਦੀ ਜਾਂ ਆਤਮਾ ਸੋ ਪਰਮਾਤਮਾ, ਇਹ ਸਮਝਣਾ ਗਲਤ ਹੈ। ਹੁਣ ਤੁਸੀਂ ਕਹਿੰਦੇ ਹੋ ਕਿ ਅਸੀਂ ਆਤਮਾ ਪਰਮ ਧਾਮ ਦੇ ਰਹਿਣ ਵਾਲੇ ਹਾਂ, ਫਿਰ ਦੇਵੀ ਕੁੱਲ ਵਿੱਚ ਆਵਾਂਗੇ, ਫਿਰ 84 ਜਨਮ ਲਵਾਂਗੇ। ਆਤਮਾ ਵਰਨਾ ਵਿੱਚ ਆਉਂਦੀ ਹੈ। ਸ਼ਿਵ ਬਾਬਾ ਜਨਮ ਮਰਨ ਵਿੱਚ ਨਹੀਂ ਆਉਂਦੇ। ਸਿਰਫ ਨਾਰਾਇਣ ਦੀ ਡਿਨਾਇਸਟੀ ਸੀ। ਬਾਬਾ ਕਹਿ ਰਹੇ ਜਿਵੇਂ ਕ੍ਰਿਸਚਨ ਘਰਾਣਿਆਂ ਦੇ ਵਿੱਚ ਐਡਵਰਡ ਦੀ ਫਸਟ, ਸੈਕਿੰਡ, ਥਰਡ ਚੱਲਦਾ ਹੈ ਨਾ, ਇਸੇ ਤਰ੍ਹਾਂ ਲਕਸ਼ਮੀ ਨਾਰਾਇਣ ਦੀ ਫਸਟ, ਲਕਸ਼ਮੀ ਨਾਰਾਇਣ ਦੀ ਸੈਕਿੰਡ, ਥਰਡ, ਇਸ ਤਰ੍ਹਾਂ 8 ਗੱਦੀਆਂ ਚੱਲਦੀਆਂ ਹਨ। ਹੁਣ ਤੁਹਾਨੂੰ ਬ੍ਰਾਹਮਣਾਂ ਨੂੰ ਤੀਸਰਾ ਨੇਤਰ ਮਿਲਿਆ ਹੈ। ਬਾਬਾ ਬੈਠ ਆਤਮਾਵਾਂ ਨਾਲ ਗੱਲ ਕਰ ਰਹੇ ਹਨ। ਤੁਸੀਂ ਜਾਣਦੇ ਹੋ ਕਿ ਅਸੀਂ ਹਾਂ ਬ੍ਰਾਹਮਣ ਚੋਟੀ। ਇਸ ਸਮੇਂ ਅਸੀਂ ਹਾਂ ਈਸ਼ਵਰੀय ਔਲਾਦ ਪ੍ਰੈਕਟੀਕਲ ਵਿੱਚ। ਬਾਬਾ ਕਹਿ ਰਹੇ ਕਿ ਹੁਣ ਦੇਵੀ ਰਾਜਧਾਨੀ ਦੀ ਸਥਾਪਨਾ ਹੋ ਰਹੀ ਹੈ। ਹਰ ਇੱਕ ਆਪਣੇ ਪੁਰਸ਼ਾਰਥ ਨਾਲ ਉਹ ਪਦ ਪਾਉਣਗੇ। ਕੋਈ ਅਗਰ ਪੁੱਛੇ ਕਿ ਅਸੀਂ ਪੜ੍ਹਦੇ ਪੜ੍ਹਦੇ ਅਗਰ ਸਾਡਾ ਸਰੀਰ ਛੁੱਟ ਜਾਵੇ ਤਾਂ ਕੀ ਪਦ ਮਿਲੇਗਾ, ਤਾਂ ਬਾਬਾ ਦੱਸ ਸਕਦੇ ਹਨ ਕਿ ਯੋਗ ਨਾਲ ਹੀ ਉਮਰ ਵੱਧਦੀ ਹੈ ਨਾ, ਵਿਕਰਮ ਵਿਨਾਸ਼ ਹੁੰਦੇ ਹਨ। ਹੋਰ ਕੋਈ ਵੀ ਉਪਾਅ ਨਹੀਂ ਪਤਿਤ ਤੋਂ ਪਾਵਨ ਬਣਨ ਦਾ। ਪਤਿਤ ਪਾਵਨ ਕਹਿਣ ਨਾਲ ਹੀ ਭਗਵਾਨ ਯਾਦ ਆਉਂਦਾ। ਫਿਰ ਕਿਹੜਾ ਭਗਵਾਨ, ਇਹ ਵੀ ਨਹੀਂ ਜਾਣਦੇ। ਬਾਬਾ ਕਹਿੰਦੇ ਮੈਂ ਭਾਰਤ ਵਿੱਚ ਆਉਂਦਾ ਹਾਂ, ਇਹ ਮੇਰਾ ਜਨਮ ਸਥਾਨ ਹੈ। ਭਾਰਤ ਹੀਰੇ ਤੁੱਲਿਆ ਸੀ, ਹੁਣ ਭਾਰਤ ਕੰਗਾਲ ਕੌਡੀ ਤੁੱਲੇ ਬਣ ਗਿਆ। ਹੁਣ ਬਾਬਾ ਆ ਕੇ ਹੀਰੇ ਤੁੱਲੇ ਬਣਾਉਂਦੇ ਹਨ। ਆਪਣੇ ਆਪ ਨੂੰ ਦੇਖਿਆ ਜਾਂਦਾ ਹੈ ਕਿ ਅਸੀਂ ਲਾਇਕ ਬਣੇ ਹਾਂ ਜੋ ਬਾਬਾ ਮੰਮਾ ਦੀ ਗੱਦੀ ਨਸ਼ੀਨ ਬਣ ਸਕੀਏ। ਇਹ ਹੈ ਪਤਿਤ ਦੁਨੀਆ।
ਪਵਿੱਤਰਤਾ ਹੈ ਮੁੱਖ ਹੈ। ਹੁਣ ਤਾਂ ਨਾ ਹੈਲਥ, ਨਾ ਵੈਲਥ, ਨਾ ਹੈਪੀਨੈਸ ਹੈ। ਇਹ ਤਾਂ ਰੁੰਡ ਦੇ ਪਾਣੀ ਮਾਨਾ ਮ੍ਰਿਗ ਤ੍ਰਿਸ਼ਨਾ ਦੇ ਸਮਾਨ ਰਾਜ ਹੈ। ਇਸ ਤੇ ਹੀ ਦੁਰਯੋਧਨ ਦੀ ਕਹਾਣੀ ਲਿਖ ਦਿੱਤੀ ਨਾ। ਦੁਰਯੋਧਨ ਨੂੰ ਵਿਕਾਰੀ ਕਿਹਾ ਜਾਂਦਾ ਹੈ। ਦ੍ਰੋਪਦੀਆਂ ਕਹਿੰਦੀਆਂ ਹਨ, ਸਾਡੀ ਲਾਜ ਰੱਖੋ, ਤੁਸੀਂ ਸਾਰੀਆਂ ਦ੍ਰੋਪਦੀਆਂ ਹੋ ਨਾ। ਇਹ ਬੱਚੀਆਂ ਸਵਰਗ ਦਾ ਦੁਆਰ ਹਨ। ਬਾਬਾ ਕਿੰਨਾ ਚੰਗੀ ਤਰ੍ਹਾਂ ਸਮਝਾਉਂਦੇ ਹਨ। ਜਿਨ੍ਹਾਂ ਦਾ ਬੁੱਧੀ ਯੋਗ ਪੂਰੀ ਰੀਤੀ ਲੱਗਿਆ ਹੋਇਆ ਹੈ, ਉਹਨਾਂ ਨੂੰ ਧਾਰਨਾ ਵੀ ਹੋਵੇਗੀ। ਪੜ੍ਹਾਈ ਤਾਂ ਬ੍ਰਹਮਚਰਯ ਦੇ ਵਿੱਚ ਰਹਿ ਕੇ ਪੜ੍ਹੀ ਜਾਂਦੀ ਹੈ। ਬਾਬਾ ਕਹਿੰਦੇ ਬੱਚੇ ਕ੍ਰਸਤਵ ਵਿਹਾਰ ਵਿੱਚ ਰਹਿੰਦੇ ਕਮਲ ਫੁੱਲ ਸਮਾਨ ਰਹਿਣਾ, ਦੋਨੋਂ ਤਰਫ ਨਿਭਾਉਣਾ ਹੈ। ਮਰਨਾ ਵੀ ਤਾਂ ਜ਼ਰੂਰ ਹੈ ਨਾ। ਇੱਥੇ ਤੁਸੀਂ ਆਏ ਹੋ ਰਾਜ ਪਦ ਲੈਣ ਦੇ ਲਈ। ਇਹ ਪੜ੍ਹਾਈ ਹੈ, ਇਸ ਵਿੱਚ ਅੰਧ ਸ਼ਰਧਾ ਦੀ ਤਾਂ ਕੋਈ ਗੱਲ ਹੀ ਨਹੀਂ। ਇਹ ਪੜ੍ਹਾਈ ਹੈ ਰਾਜਈ ਦੇ ਲਈ। ਜਿਵੇਂ ਪੜ੍ਹਾਈ ਵਿੱਚ ਏਮ ਆਬਜੈਕਟ ਹੁੰਦੀ ਹੈ ਨਾ, ਬੈਰਿਸਟਰ ਬਣੇਗਾ ਤਾਂ ਯੋਗ ਜ਼ਰੂਰ ਪੜ੍ਹਾਉਣ ਵਾਲੇ ਟੀਚਰ ਨਾਲ ਰੱਖਣਾ ਪਵੇ। ਇੱਥੇ ਤੁਹਾਨੂੰ ਭਗਵਾਨ ਪੜ੍ਹਾਉਂਦੇ ਹਨ ਤਾਂ ਉਹਨਾਂ ਨਾਲ ਯੋਗ ਲਗਾਉਣਾ ਹੈ। ਬਾਬਾ ਕਹਿੰਦੇ ਮੈਂ ਪਰਮ ਧਾਮ ਬਹੁਤ ਦੂਰ ਤੋਂ ਆਉਂਦਾ ਹਾਂ। ਸੈਕਿੰਡ ਵਿੱਚ ਮੁਕਤੀ ਜੀਵਨ ਮੁਕਤੀ ਦਿੰਦਾ ਹਾਂ। ਜਨਕ ਦਾ ਮਿਸਾਲ ਹੈ ਨਾ, ਤਾਂ ਹੁਣ ਨਰਕ ਪੁਰਾਣੀ ਦੁਨੀਆ ਹੈ, ਨਵੀਂ ਦੁਨੀਆ ਸਵਰਗ ਨੂੰ ਕਿਹਾ ਜਾਂਦਾ ਹੈ। ਬਾਪ ਨਰਕ ਦਾ ਵਿਨਾਸ਼ ਕਰਾ ਕੇ ਸਵਰਗ ਦਾ ਮਾਲਿਕ ਬਣਾਉਂਦੇ ਹਨ। ਬਾਬਾ ਕਹਿ ਰਹੇ ਕਿ ਬੱਚੇ ਹੁਣ ਤੁਸੀਂ ਸਭ ਐਕਸਚੇਂਜ ਕਰੋ। ਤੁਹਾਡਾ ਕੱਖਪਣ ਮੇਰਾ, ਮੇਰਾ ਸਭ ਕੁਝ ਤੁਹਾਡਾ। ਦੇਹ ਸਹਿਤ ਜੋ ਕੁਝ ਵੀ ਹੈ ਉਹ ਸਭ ਮੈਨੂੰ ਦੇ ਦਿਓ। ਤੁਹਾਡੇ ਪਾਸ ਜੋ ਕੁਝ ਹੈ ਬਲੀ ਚੜਾ ਦੇਵੋ ਤਾਂ ਜੀਵਨ ਮੁਕਤੀ ਮਿਲੇਗੀ। ਸ਼੍ਰੀਮਤ ਤੇ ਚੱਲੋਗੇ ਤਾਂ ਸ੍ਰੇਸ਼ਟ ਬਣੋਗੇ। ਅੱਛਾ, ਮਿੱਠੇ ਮਿੱਠੇ ਸਿੱਕਿਲ ਦੇ ਬੱਚਿਆਂ ਪ੍ਰਤੀ ਮਾਤ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਅਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਧਾਰਨਾ ਲਈ ਮੁੱਖ ਸਾਰ। ਪਹਿਲਾ ਪੁਆਇੰਟ, ਆਤਮਾ ਅਤੇ ਸਰੀਰ ਦੋਨਾਂ ਨੂੰ ਪਾਵਨ ਬਣਾਉਣ ਦੇ ਲਈ ਦੇਹ ਸਹਿਤ ਜੋ ਕੁਝ ਹੈ ਉਸ ਨੂੰ ਬਾਪ ਦੇ ਹਵਾਲੇ ਕਰ ਉਸ ਦੀ ਸ਼੍ਰੀਮਤ ਤੇ ਚੱਲਣਾ ਹੈ। ਦੂਸਰਾ, ਮਾਤ ਪਿਤਾ ਦੇ ਗੱਦੀ ਨਸ਼ੀਨ ਬਣਨ ਦੇ ਲਈ ਖੁਦ ਨੂੰ ਲਾਇਕ ਬਣਾਉਣਾ ਹੈ। ਲਾਇਕ ਬਣਨ ਦੇ ਲਈ ਮੁੱਖ ਪਵਿੱਤਰਤਾ ਦੀ ਧਾਰਨਾ ਕਰਨੀ ਹੈ। ਵਰਦਾਨ, ਨਮਿਤ ਬਣੀਆਂ ਹੋਈਆਂ ਆਤਮਾਵਾਂ ਦੁਆਰਾ ਕਰਮ ਯੋਗੀ ਬਣਨ ਦਾ ਵਰਦਾਨ ਪ੍ਰਾਪਤ ਕਰਨ ਵਾਲੇ ਮਾਸਟਰ ਵਰਦਾਤਾ ਭਵ। ਜਦੋਂ ਕੋਈ ਵੀ ਚੀਜ਼ ਸਾਕਾਰ ਵਿੱਚ ਦੇਖੀ ਜਾਂਦੀ ਹੈ ਤਾਂ ਉਸ ਨੂੰ ਜਲਦੀ ਗ੍ਰਹਿਣ ਕੀਤਾ ਜਾ ਸਕਦਾ ਹੈ। ਇਸ ਲਈ ਨਮਿਤ ਬਣੀਆਂ ਹੋਈਆਂ ਜੋ ਸ੍ਰੇਸ਼ਟ ਆਤਮਾਵਾਂ ਹਨ, ਉਹਨਾਂ ਦੀ ਸਰਵਿਸ, ਤਿਆਗ, ਸਨੇਹ, ਸਾਰਿਆਂ ਦੇ ਸਹਿਯੋਗੀਪਣ ਦਾ ਪ੍ਰੈਕਟੀਕਲ ਕਰਮ ਦੇਖ ਕੇ ਜੋ ਪ੍ਰੇਰਣਾ ਮਿਲਦੀ ਹੈ ਉਹ ਵਰਦਾਨ ਬਣ ਜਾਂਦਾ ਹੈ। ਜਦੋਂ ਨਮਿਤ ਬਣੀਆਂ ਹੋਈਆਂ ਆਤਮਾਵਾਂ ਨੂੰ ਕਰਮ ਕਰਦੇ ਹੋਏ ਇਹਨਾਂ ਗੁਣਾਂ ਦੀ ਧਾਰਨਾ ਨੂੰ ਦੇਖਦੇ ਹੋ ਤਾਂ ਸਹਿਜ ਕਰਮ ਯੋਗੀ ਬਣ ਜਿਵੇਂ ਵਰਦਾਨ ਮਿਲ ਜਾਂਦਾ ਹੈ। ਕਰਮ ਯੋਗੀ ਬਣਨ ਦਾ ਜਿਵੇਂ ਵਰਦਾਨ ਮਿਲ ਜਾਂਦਾ। ਜੋ ਇਸ ਤਰ੍ਹਾਂ ਵਰਦਾਨ ਪ੍ਰਾਪਤ ਕਰਦੇ ਰਹਿੰਦੇ ਉਹ ਖੁਦ ਵੀ ਮਾਸਟਰ ਵਰਦਾਤਾ ਬਣ ਜਾਂਦੇ। ਸਲੋਗਨ ਹੈ, ਨਾਮ ਦੇ ਆਧਾਰ ਤੇ ਸੇਵਾ ਕਰਨਾ, ਅਰਥਾਤ ਉੱਚੇ ਪਦ ਵਿੱਚ ਨਾਮ ਪਿੱਛੇ ਕਰ ਲੈਣਾ। ਅੱਛਾ, ਓਮ ਸ਼ਾਂਤੀ।